ਸਤਿ ਸ੍ਰੀ ਅਕਾਲ ਜੀ। ਏਐਨਬੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਕੁਲਦੀਪ ਸਿੰਘ ਸਵਾਗਤ ਕਰਦਾ ਤੇ ਸ਼ੁਰੂਆਤ ਕਰਦੇ ਅੱਜ ਦੇ ਬੁਲੇਟਿਨ ਦੀ। ਕਿਸਾਨ ਨੇਤਾ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਵੱਖੋ-ਵੱਖ ਥਾਵਾਂ ਤੋਂ ਕਾਫਲੇ ਲਿਜਾਣ ਦਾ ਮਕਸਦ ਹੈ ਕਿ ਕੇਂਦਰ ਸਰਕਾਰ ਨੂੰ ਇਹ ਦੱਸਣਾ ਕਿ ਕਿਸਾਨੀ ਅੰਦੋਲਨਾਂ ਵਿੱਚ ਅਜੇ ਤੱਕ ਕੋਈ ਕਮੀ ਨਹੀਂ ਆਈ ਹੈ ਅਤੇ ਨਾਲ ਹੀ ਕਿਸਾਨਾਂ ਦਾ ਜੋਸ਼ ਕਿਤੇ ਕਿਸੇ ਪ੍ਰਕਾਰ ਨਾਲ ਘੱਟ ਨਹੀਂ ਹੋਇਆ। ਇਸ ਮੌਕੇ ਪੰਜਾਬ ਦੇ ਭਾਜਪਾ ਦੇ ਸਾਬਕਾ ਮੰਤਰੀ ਨੂੰ 6 ਸਾਲ ਲਈ ਪਾਰਟੀ ਵਿੱਚੋਂ ਬਾਹਰ ਕੱਢਿਆ ਗਿਆ ਹੈ, ਜਿਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਸਰਕਾਰ ਇੱਕ ਤਾਨਾਸ਼ਾਹ ਰਵੱਈਆ ਅਪਣਾ ਰਹੀ ਹੈ ਅਤੇ ਜਿਸ ਵਿੱਚ ਲੋਕਤੰਤਰ ਦਾ ਸਭ ਨੂੰ ਬੋਲਣ ਦਾ ਅਧਿਕਾਰ ਹੈ ਉਸ ਨੂੰ ਖੋ ਰਹੀ ਹੈ। 2022 ਦੀਆਂ ਚੋਣਾਂ ਬਾਰੇ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਮੇਰਾ ਵਿਚਾਰ ਹੈ ਕਿ ਪੰਜਾਬ ਦੇ ਲੋਕਾਂ ਨੂੰ ਮਿਲ ਕੇ ਇਸ 'ਤੇ ਸੋਚਣਾ ਚਾਹੀਦਾ ਹੈ ਅਤੇ ਕਿਸਾਨ ਤੇ ਮਜ਼ਦੂਰ ਜਿਨ੍ਹਾਂ ਦੀ 65% ਪੰਜਾਬ ਦੇ ਵਿੱਚ ਵੋਟ ਹੈ ਉਹਨਾਂ ਨੂੰ ਇਹ ਚੋਣਾਂ ਲੜਨੀਆਂ ਚਾਹੀਦੀਆਂ ਨੇ। ਪਿਛਲੇ 26 ਨਵੰਬਰ ਤੋਂ ਅੰਦੋਲਨ ਚੱਲ ਰਿਹਾ ਹੈ ਦਿੱਲੀ ਦੇ ਵਿੱਚ ਤੇ ਸਰਕਾਰ ਨੇ ਅਜੇ ਤੱਕ ਸੁਣੀ ਨਹੀਂ ਹੈ ਤੇ ਉਸ ਅੰਦੋਲਨ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਜਗ੍ਹਾ ਜਗ੍ਹਾ ਤੋਂ ਕਾਫਲੇ ਲੈ ਕੇ ਇੱਕ ਪ੍ਰਦਰਸ਼ਨ ਵੀ ਹੋ ਜਾਂਦਾ ਹੈ ਤੇ ਇੱਕ ਸਰਕਾਰ ਨੂੰ ਇਹ ਮੈਸੇਜ ਵੀ ਜਾਂਦਾ ਹੈ ਕਿ ਕਿਸਾਨ ਜਿਹੜੇ ਨੇ ਉਹਨਾਂ 'ਚ ਜੋਸ਼ ਘੱਟ ਨਹੀਂ ਹੋਇਆ। ਹੁਣ ਤੁਸੀਂ ਦੇਖੋ ਕਿ ਆਪਾਂ ਪਾਕਿਸਤਾਨ ਦੇ ਬਾਰਡਰ 'ਤੇ ਹੈ ਡੇਰਾ ਬਾਬਾ ਨਾਨਕ, ਇੱਥੋਂ ਲੈ ਕੇ ਤੇ ਦਿੱਲੀ ਤੱਕ ਹਜ਼ਾਰਾਂ ਗੱਡੀਆਂ ਦਾ ਕਾਫਲਾ ਜਿਹੜਾ ਹੈ ਉਹ ਜਾਣਾ ਹੈ ਤੇ ਲੋਕਾਂ ਦੇ ਅੰਦਰ ਜੋਸ਼ ਹੈ ਤੇ ਇੱਕ ਜਜ਼ਬਾ ਹੈ ਆਪਣੇ ਹੱਕਾਂ ਲਈ ਲੜਨ ਦਾ ਤੇ ਆਪਣਾ ਜਿਹੜਾ ਹੈ ਆਪਣੇ ਦੇਸ਼ ਨੂੰ ਬਚਾਉਣ ਦਾ। ਕਹਿੰਦੇ ਕਿ ਬੀਜੇਪੀ ਦਾ ਨਾਂ ਹੈ ਪਰ ਜਿਹੜਾ ਰਾਜ ਹੈ ਉਹ ਕਾਰਪੋਰੇਟ ਦਾ ਹੈ ਤੇ ਇਹ ਕਾਰਪੋਰੇਟ ਨੂੰ ਨਾਰਾਜ਼ ਨਹੀਂ ਕਰ ਸਕਦੇ ਕਿਉਂਕਿ ਸਾਡੇ ਤੋੜਿਆਂ ਦੇ ਪਤਾ ਨਹੀਂ ਸਰਕਾਰ ਟੁੱਟੇਗੀ ਕਿ ਨਹੀਂ ਟੁੱਟੇਗੀ, ਪਰ ਕਾਰਪੋਰੇਟ ਜਿੱਦਣ ਕਹੇ ਉਦਣ ਤੋੜ ਸਕਦੇ ਨੇ ਸਰਕਾਰ ਨੂੰ। ਇਸ ਕਰਕੇ ਇਹਨਾਂ ਨੂੰ ਜਨਤਾ ਨਾਲੋਂ ਕਾਰਪੋਰੇਟ ਨਾਲ ਜ਼ਿਆਦਾ ਲਗਾਵ ਹੈ। ਕਾਨੂੰਨ ਜਿਹੜੇ ਨੇ ਉਹ ਖੇਤੀ ਕਾਨੂੰਨ ਨਹੀਂ ਹੈ, ਖੇਤੀ ਬਿਜ਼ਨਸ ਕਾਨੂੰਨ ਹੈ ਤੇ ਸਰੇਆਮ ਜਿਹੜਾ ਉਹਨਾਂ 'ਚ ਨਜ਼ਰ ਆ ਰਿਹਾ ਵੀ ਦੇਸ਼ ਦਾ ਜਿਹੜਾ ਕਈ ਲੱਖ ਕਰੋੜ ਦਾ ਕਾਰੋਬਾਰ ਹੈ ਉਹ ਕਾਰਪੋਰੇਟ ਦੇ ਹਵਾਲੇ ਇਹਨਾਂ ਨੇ ਕਰਨਾ ਹੈ ਤੇ ਉਹਨਾਂ ਦੀ ਚਾਪਲੂਸੀ ਦੇ ਵਿੱਚ ਕਹਿ ਲਓ ਜਾਂ ਉਹਨਾਂ ਦੇ ਨਿਰਦੇਸ਼ਾਂ ਅਨੁਸਾਰ, ਕਾਰਪੋਰੇਟ ਦੇ ਨਿਰਦੇਸ਼ਾਂ ਅਨੁਸਾਰ ਇਹ ਇਹੋ ਜਿਹੀ ਗੱਲਾਂ ਕਰਦੇ ਨੇ। ਖਾਲੀ ਭਾਜਪਾ ਦੇ ਲੀਡਰ ਦੀ ਇੱਕ ਦਾ ਸਵਾਲ ਨਹੀਂ ਹੈ, ਜਿਹੜਾ ਕਲਾਕਾਰ ਹੈ ਗਾਣ ਵਾਲਾ ਉਹਨੇ ਜੇ ਗਾਣਾ ਬਣਾਇਆ ਕਿਸਾਨਾਂ ਤੇ ਉਹਨੂੰ ਉਹ 'ਤੇ ਮੁਕੱਦਮਾ ਦਰਜ ਕਰਤਾ। ਜੇ ਕਿਸੇ ਪੱਤਰਕਾਰ ਨੇ 2 ਕਦਮ ਅੱਗੇ ਹੋ ਕੇ ਲਿਖਿਆ ਪੱਤਰਕਾਰ 'ਤੇ ਮੁਕੱਦਮਾ ਦਰਜ ਕਰਤਾ। ਜੇ ਕਿਸੇ ਨੌਕਰੀ ਵਾਲਾ ਬੋਲਿਆ ਉਹਨੂੰ ਬਾਹਰ ਕਰਤਾ। ਜੇ ਕੋਈ ਹੋਰ ਬੋਲਿਆ ਉਹ ਕੋਈ ਵਪਾਰੀ ਬੋਲਿਆ ਉਹ 'ਤੇ ਰੇਡ ਕਰਾਤੀ। ਇਹ ਸਾਰੇ ਕੰਮ ਬੀਜੇਪੀ ਦੇ ਜਿਹੜੇ ਇਹ ਹਥਕੰਡੇ ਹੈ ਸਾਰੇ ਕੰਮ ਕਰ ਰਹੇ ਨੇ, ਪਰ ਵਿਨਾਸ਼ ਕਾਲੇ ਵਿਪਰੀਤ ਬੁੱਧੀ ਜਾਂ ਇਹ ਕਹਿ ਲਓ ਕਿ ਖੁਦਾ ਤੇ ਖੁਦੀ ਦਾ ਬੈਰ ਚੱਲ ਰਿਹਾ ਹੈ ਤੇ ਇਹਦਾ ਰਿਜ਼ਲਟ ਜਿਹੜਾ ਹੈ ਉਹ ਕਦੇ ਚੰਗਾ ਨਹੀਂ ਹੋਇਆ। ਮਤਲਬ 8 ਮਹੀਨੇ ਬਾਅਦ ਯੂਪੀ 'ਚ ਵੀ ਹੈ, ਉੱਤਰਾਖੰਡ 'ਚ ਵੀ ਹੈ ਤੇ ਪੰਜਾਬ 'ਚ ਵੀ ਹੈ, ਹਰਿਆਣੇ 'ਚ ਲੇਟ ਹੈ ਤੇ ਮਿਸ਼ਨ ਉੱਤਰ ਪ੍ਰਦੇਸ਼ ਚਲਾਇਆ ਕਿ ਵੀ ਇਹਨਾਂ ਚੋਣਾਂ ਦੇ ਵਿੱਚ ਬੀਜੇਪੀ ਨੂੰ ਹਰਾਵਾਂਗੇ। ਚਲੋ ਹਰਾਤੀ, ਫਿਰ ਜਿਹੜਾ ਅਗਲਾ ਬਣੇਗਾ ਕੀ ਉਹ ਤੁਹਾਡੀ ਗੱਲ ਮੰਨੇਗਾ? ਕੀ ਤੁਸੀਂ ਪੱਛਮੀ ਬੰਗਾਲ ਦੇ ਵਿੱਚ ਬੀਜੇਪੀ ਨੂੰ ਹਰਾਇਆ, ਕੀ ਬੀਜੇਪੀ ਨੇ ਗੱਲ ਮੰਨ ਲਈ? ਮਤਲਬ ਇਹ ਤੇ ਹੁੰਦਾ ਹੈ ਵੀ ਅਸੀਂ ਉਸ ਤੋਂ ਦੁਖੀ ਹਾਂ, ਉਹਨੂੰ ਰਗੜਾਂਗੇ, ਪੱਕਾ ਰਗੜਾਂਗੇ, ਉਸ ਤੋਂ ਸਾਡਾ ਕੋਈ ਇਨਕਾਰ ਨਹੀਂ ਹੈ। ਯੂਪੀ ਜਾਵਾਂਗੇ, ਹਰਾਵਾਂਗੇ, ਪਰ ਉਹਦੇ ਨਾਲ ਸਾਡੀ ਗੱਲ ਨਹੀਂ ਮੰਨੀ ਜਾਣੀ। ਜੇ ਆਪਾਂ ਉਦਾਹਰਣ ਦੇ ਰਹੇ ਹਾਂ ਹਰਿਆਣੇ ਦੇ 1992 'ਚ ਮੈਂ ਅੰਦੋਲਨ ਦੇ ਵਿੱਚ ਆਇਆ ਸੀ। 93 ਦੇ ਵਿੱਚ ਜਿਹੜਾ ਹੈ ਭਜਨ ਲਾਲ ਨਾਲ ਟਕਰਾਅ ਹੋਏ, ਗੋਲੀ ਚੱਲੀ, ਕਈ ਬੰਦੇ ਮਰੇ, 3-4 ਜਗ੍ਹਾ 'ਤੇ ਮਰੇ। ਭਜਨ ਲਾਲ ਦੀ ਸਰਕਾਰ ਬਦਲੀ, ਬੰਸੀ ਲਾਲ ਦੀ ਲਿਆਏ, ਬੰਸੀ ਲਾਲ ਨੇ ਵੀ 5 ਬੰਦੇ ਮਾਰੇ। ਫਿਰ ਬੰਸੀ ਲਾਲ ਦੀ ਸਰਕਾਰ ਬਦਲੀ, ਚਟਾਲੇ ਦੀ ਲਿਆਏ, 7 ਚਟਾਲੇ ਨੇ ਮਾਰੇ। ਅਸੀਂ ਕਿੱਧਰ ਗਏ? ਗੱਲ ਕਿੱਥੇ ਮੰਨੀ ਗਈ? ਖਾਲੀ ਬਿਜਲੀ ਬਿੱਲਾਂ 'ਤੇ ਸਾਡੇ 32 ਬੰਦੇ ਮਰ ਗਏ। ਗੱਲ ਤਾਂ ਸਾਡੀ ਫਿਰ ਵੀ ਨਹੀਂ ਮੰਨੀ ਗਈ। ਬਈ ਅਸੀਂ ਇਹ ਕਹਿ ਰਹੇ ਹਾਂ ਵੀ ਆਪਣੀ ਸੋਚ ਬਦਲੋ, ਨੀਤੀ ਬਦਲੋ। ਤੁਸੀਂ ਸਰਕਾਰ ਤੁਹਾਡੀ 65% ਵੋਟ ਤੇ ਕਿਸਾਨਾਂ ਮਜ਼ਦੂਰਾਂ ਦੀ ਹੈ। ਸ਼ਹਿਰ ਵਾਲੇ ਕਹਿ ਰਹੇ ਨੇ ਅਸੀਂ ਤੁਹਾਡੇ ਨਾਲੋਂ ਵੀ ਜ਼ਿਆਦਾ ਦੁਖੀ ਹਾਂ, ਸਾਡਾ ਵਪਾਰ ਤੇ ਸਾਰਾ ਖਾ ਗਿਆ ਆਨਲਾਈਨ ਬਿਜ਼ਨਸ। ਪੰਜਾਬ ਵਿੱਚ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੇ ਰਾਜਪੁਰਾ ਵਿੱਚ ਭੁਪੇਸ਼ ਅਗਰਵਾਲ ਸਮੇਤ ਦੂਜੇ ਬੀਜੇਪੀ ਨੇਤਾਵਾਂ ਨੂੰ ਪਥਰਾਵ ਕੀਤਾ ਤੇ ਉਹਨਾਂ ਨੂੰ ਬੰਦੀ ਬਣਾ ਲਿਆ। ਦਰਅਸਲ ਬੀਜੇਪੀ ਨੇਤਾ ਭੁਪੇਸ਼ ਅਗਰਵਾਲ ਬੀਜੇਪੀ ਦੇ ਹੋਰ ਨੇਤਾਵਾਂ ਨਾਲ ਰਾਜਪੁਰਾ ਦੇ ਵਿੱਚ ਇੱਕ ਬੈਠਕ ਕਰ ਰਹੇ ਸੀ। ਇਸੇ ਦੌਰਾਨ ਕਿਸਾਨਾਂ ਨੇ ਉੱਥੇ ਇਕੱਠ ਹੋ ਕੇ ਉਸ ਦਾ ਘਿਰਾਓ ਕੀਤਾ ਤੇ ਪੁਲਿਸ ਨੇ ਉਹਨਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਇਸ ਦੌਰਾਨ ਪੱਥਰ ਸੁੱਟੇ ਗਏ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਭੁਪੇਸ਼ ਅਗਰਵਾਲ ਇੱਕ ਬੀਜੇਪੀ ਨੇਤਾ ਦੇ ਘਰ ਉੱਤੇ ਬੈਠਕ ਵਿੱਚ ਹਿੱਸਾ ਲੈ ਰਹੇ ਸਨ, ਪਰ ਅਚਾਨਕ ਵੱਡੀ ਗਿਣਤੀ ਵਿੱਚ ਪ੍ਰਦਰਸ਼ਨਕਾਰੀ ਕਿਸਾਨ ਬੀਜੇਪੀ ਪ੍ਰਦੇਸ਼ ਸਕੱਤਰ ਸੁਭਾਸ਼ ਸ਼ਰਮਾ ਦੇ ਘਰ ਉੱਤੇ ਪਹੁੰਚ ਗਏ ਅਤੇ ਨੇਤਾਵਾਂ ਨੇ ਪੱਥਰਾਂ ਨਾਲ ਹਮਲਾ ਕਰ ਦਿੱਤਾ। ਇਸ ਦੇ ਚੱਲਦੇ ਸੁਭਾਸ਼ ਸ਼ਰਮਾ ਦੇ ਘਰ ਦੇ ਬਾਹਰ ਸੁਰੱਖਿਆ ਵਿਵਸਥਾ ਦੇ ਪੁਖਤਾ ਇੰਤਜ਼ਾਮ ਕੀਤੇ ਗਏ
ਉੱਥੇ ਹੀ ਬੀਜੇਪੀ ਨੇਤਾ ਭੁਪੇਸ਼ ਅਗਰਵਾਲ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਪੁਲਿਸ ਅਧਿਕਾਰੀਆਂ ਉੱਪਰ ਵੀ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਹਮਲਾ ਕਰ ਦਿੱਤਾ। ਇਹ ਘਟਨਾ ਪਟਿਆਲਾ ਜ਼ਿਲ੍ਹੇ ਵਿੱਚ ਰਾਜਪੁਰੇ ਵਿੱਚ ਹੋਈ, ਜਿੱਥੇ ਕਿਸਾਨਾਂ ਨੇ ਬੀਜੇਪੀ ਨੇਤਾਵਾਂ ਨੂੰ ਘਰ ਤੋਂ ਬਾਹਰ ਨਹੀਂ ਨਿਕਲਣ ਦਿੱਤਾ ਤੇ ਜਿਸ ਤੋਂ ਬਾਅਦ ਬੀਜੇਪੀ ਨੇ ਰਾਤ ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਠਕਠਕਾਇਆ। ਰਾਤ ਨੂੰ ਤਕਰੀਬਨ 12:30 ਵਜੇ ਕੋਰਟ ਨੇ ਪੁਲਿਸ ਨੂੰ ਆਦੇਸ਼ ਦਿੱਤਾ ਕਿ ਸਾਰੇ ਨੇਤਾਵਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾਵੇ, ਕਿਸੇ ਨੂੰ ਵੀ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨਾ ਹੋਣ ਦਿੱਤਾ ਜਾਵੇ। ਇਸ ਦੇ ਨਾਲ ਹੀ ਪ੍ਰਸ਼ਾਸਨ ਵੱਲੋਂ ਅੱਜ ਇਸ ਮਾਮਲੇ ਉੱਪਰ ਰਿਪੋਰਟ ਵੀ ਮੰਗੀ ਗਈ ਹੈ ਕਿ ਸਾਰੇ ਘਟਨਾਕ੍ਰਮ ਦੇ ਵਿੱਚ ਆਖਰ ਹੋਇਆ ਕੀ। ਬੀਤੇ ਦਿਨੀ ਪੰਜਾਬ ਦੇ ਵਿੱਚ ਰਾਜਪੁਰਾ ਇਲਾਕੇ ਦੇ ਵਿੱਚ ਬੀਜੇਪੀ ਦੇ ਨੇਤਾਵਾਂ ਦੁਆਰਾ ਮੀਟਿੰਗ ਕੀਤੀ ਜਾ ਰਹੀ ਸੀ, ਜਿਸ ਦੀ ਭਿਣਕ ਕਿਸਾਨਾਂ ਨੂੰ ਲੱਗ ਗਈ ਤੇ ਕਿਸਾਨ ਵੱਡੀ ਗਿਣਤੀ ਦੇ ਵਿੱਚ ਮੀਟਿੰਗ ਵਾਲੀ ਜਗ੍ਹਾ ਤੇ ਪਹੁੰਚ ਗਏ, ਜਿੱਥੇ ਬੀਜੇਪੀ ਨੇਤਾਵਾਂ ਅਤੇ ਕਿਸਾਨਾਂ ਦੇ ਵਿਚਕਾਰ ਜ਼ਬਰਦਸਤ ਝੜਪ ਹੋ ਗਈ। ਇਸੇ ਦੌਰਾਨ ਪੁਲਿਸ ਪਾਰਟੀ ਨੇ ਉੱਥੇ ਪਹੁੰਚ ਕੇ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਮਾਮਲਾ ਸੁਲਝਣ ਦੀ ਬਜਾਏ ਹੋਰ ਉਲਝ ਗਿਆ। ਇਸ ਤੋਂ ਬਾਅਦ ਕਿਸਾਨਾਂ ਨੇ ਬੀਜੇਪੀ ਨੇਤਾਵਾਂ ਨੂੰ ਉਹਨਾਂ ਦੇ ਹੀ ਘਰ ਦੇ ਵਿੱਚ ਬੰਦੀ ਬਣਾ ਲਿਆ ਤੇ ਘਰ ਦੇ ਬਾਹਰ ਧਰਨਾ ਦੇਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਬੀਤੀ ਰਾਤ ਬੀਜੇਪੀ ਦੁਆਰਾ ਹਾਈ ਕੋਰਟ ਦਾ ਦਰਵਾਜ਼ਾ ਖਟਖਟਾਇਆ ਗਿਆ, ਜਿੱਥੇ ਕਿ ਕੋਰਟ ਨੇ ਰਾਤ ਨੂੰ ਤਕਰੀਬਨ 12 ਵਜੇ ਆਰਡਰ ਪੰਜਾਬ ਪੁਲਿਸ ਨੂੰ ਦਿੱਤੇ ਕਿ ਸਾਰੇ ਨੇਤਾਵਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾਵੇ ਅਤੇ ਉਹਨਾਂ ਦੀ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨਾ ਹੋਣ ਦਿੱਤਾ ਜਾਵੇ। ਇਸ ਤੋਂ ਬਾਅਦ ਕੋਰਟ ਨੇ ਪੁਲਿਸ ਨੂੰ ਇਹ ਵੀ ਆਰਡਰ ਦਿੱਤੇ ਕਿ ਇਸ ਸਾਰੀ ਘਟਨਾਕ੍ਰਮ ਦੀ ਰਿਪੋਰਟ ਪ੍ਰਸ਼ਾਸਨ ਉਹਨਾਂ ਨੂੰ ਸੌਂਪੇ ਤਾਂ ਜੋ ਪਤਾ ਚੱਲ ਸਕੇ ਇਸ ਕਾਰਵਾਈ ਦੇ ਵਿੱਚ, ਇਸ ਘਟਨਾਕ੍ਰਮ ਦੇ ਵਿੱਚ ਅਸਲ ਹੋਇਆ ਕੀ। ਤੁਸੀਂ ਆਪਣੀ ਤਸਵੀਰਾਂ ਵੇਖ ਰਹੇ ਹੋ, ਜਿਹਦੇ ਵਿੱਚ ਬੀਜੇਪੀ ਨੇਤਾਵਾਂ ਨੂੰ ਪੁਲਿਸ ਦੁਆਰਾ ਵਿਕਾਸ ਕੰਬੋਜ ਇਸ ਤੇ ਹੋਰ ਜਾਣਕਾਰੀ ਦੇਣ ਲਈ ਅਵਿਨਾਸ਼ ਕੰਬੋਜ ਇਸ ਤੇ ਹੋਰ ਵਧੇਰੇ ਜਾਣਕਾਰੀ ਸਾਡੇ ਨਾਲ ਜੁੜ ਚੁੱਕੇ ਨੇ। ਅਵਿਨਾਸ਼ ਜੀ, ਜਿਸ ਤਰੀਕੇ ਨਾਲ ਕੱਲ ਸਾਰਾ ਘਟਨਾਕ੍ਰਮ ਹੋਇਆ ਰਾਜਪੁਰੇ ਦੇ ਵਿੱਚ, ਕੋਰਟ ਦਾ ਦਰਵਾਜ਼ਾ ਖਟਖੜਾਇਆ, ਅਸਲ ਦੇ ਵਿੱਚ ਰਾਤ ਨੂੰ ਪੂਰਾ ਘਟਨਾਕ੍ਰਮ ਹੋਇਆ ਕੀ? ਉਹਦੇ ਵਿੱਚ ਕਿੱਥੇ ਜਿਹੜਾ ਕਿਸਾਨਾਂ ਨੇ ਬੀਜੇਪੀ ਨੇਤਾਵਾਂ ਨੂੰ ਘੇਰਾ ਪਾ ਲਿਆ ਸੀ ਤੇ ਉੱਥੇ ਪੁਲਿਸ ਦੀ ਕੀ ਭੂਮਿਕਾ ਰਹੀ? ਜੀ ਗੱਲ ਕਰੀਏ ਕਿਤੇ ਨਾ ਕਿਤੇ ਕੱਲ ਦੁਪਹਿਰ ਦਾ ਇਹ ਮਾਮਲਾ ਜਿਹੜਾ ਹੈ ਭਖਿਆ ਹੈ ਬੀਜੇਪੀ ਵਰਕਰਾਂ ਦਾ, ਜਿਹੜਾ ਵਿਰੋਧ ਕਰਨ ਲਈ ਕਿਸਾਨ ਜਥੇਬੰਦੀਆਂ ਪਹੁੰਚੀ। ਇੱਕ ਜਗ੍ਹਾ ਪਹਿਲਾਂ ਕਿਸਾਨਾਂ ਦੇ ਵੱਲੋਂ ਬੀਜੇਪੀ ਵਰਕਰਾਂ ਨੂੰ ਘੇਰ ਲਿਆ ਗਿਆ, ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵਿੱਚ ਪਈ ਤੇ ਬੀਜੇਪੀ ਵਰਕਰਾਂ ਨੂੰ ਉੱਥੋਂ ਕੱਢਿਆ ਗਿਆ, ਜਿਹਦੇ ਵਿੱਚ ਧੱਕਾ ਮੁੱਕੀ ਜਿਹੜੀ ਕਿਸਾਨਾਂ ਦੇ ਵੱਲੋਂ ਬੀਜੇਪੀ ਵਰਕਰਾਂ ਨਾਲ ਕਰਦੇ ਹੋਏ ਸਾਫ਼ ਤੌਰ ਤੇ ਨਜ਼ਰ ਆ ਰਹੀ ਸੀ ਤਸਵੀਰਾਂ। ਉਸ ਤੋਂ ਬਾਅਦ ਬੀਜੇਪੀ ਵਰਕਰ ਦੇ ਘਰ ਦੇ ਵਿੱਚ ਇੱਕ ਮੀਟਿੰਗ ਕਰਦੇ ਹੋਏ ਨਜ਼ਰ ਆਏ, ਜਿੱਥੇ ਕਿ ਕਿਸਾਨਾਂ ਦੇ ਵੱਲੋਂ ਪਤਾ ਲੱਗਣ ਤੇ ਉਸ ਘਰ ਦਾ ਵੀ ਘਿਰਾਓ ਕਰ ਲਿੱਤਾ ਗਿਆ। ਉਹਦੇ ਘਰ ਦੇ ਬਾਹਰ ਧਰਨਾ ਦਿੱਤਾ ਗਿਆ ਤੇ ਨਾਅਰੇਬਾਜ਼ੀ ਕੀਤੀ ਗਈ। ਇਹ ਮਾਮਲਾ ਸਵੇਰ ਦੇ 4 ਵਜੇ ਤੱਕ ਚੱਲਦਾ ਰਿਹਾ। 4 ਵਜੇ ਜਿਹੜੀ ਪੁਲਿਸ ਦੇ ਵੱਲੋਂ ਬਿਲਕੁਲ ਸੁਰੱਖਿਅਤ ਤਰੀਕੇ ਦੇ ਨਾਲ ਜਿਹੜੇ ਬੀਜੇਪੀ ਆਗੂ ਸੀ, ਵਰਕਰ ਸੀ, ਉਹਨਾਂ ਨੂੰ ਉਸ ਘਰ ਚੋਂ ਕੱਢਿਆ ਗਿਆ ਤੇ ਕਿਤੇ ਨਾ ਕਿਤੇ ਕਿਸਾਨਾਂ ਨੂੰ ਦੂਰ ਕੀਤਾ ਗਿਆ। ਸਾਫ਼ ਤੌਰ ਤੇ ਜਿਹੜਾ ਕਿਤੇ ਨਾ ਕਿਤੇ ਕਿਸਾਨਾਂ ਦਾ ਰੋਸ ਸੀ, ਖੇਤੀ ਕਾਨੂੰਨਾਂ ਦੇ ਚੱਲਦੇ ਹੋਏ ਕਿਸਾਨਾਂ ਦਾ ਕਹਿਣਾ ਸੀ ਅਸੀਂ ਬੀਜੇਪੀ ਵਰਕਰਾਂ ਨੂੰ ਪਿੰਡਾਂ ਦੇ ਵਿੱਚ ਨਹੀਂ ਆਉਣ ਦੇਵਾਂਗੇ, ਜਿਹਦੇ ਚੱਲਦੇ ਹੋਏ ਜਿਹੜਾ ਰੋਸ ਪ੍ਰਦਰਸ਼ਨ ਸੀ ਕਿਸਾਨਾਂ ਦਾ ਕੱਲ ਦੁਪਹਿਰ ਤੋਂ ਦੇਖਣ ਨੂੰ ਮਿਲੇ ਤੇ ਅੱਜ ਸਵੇਰ ਦੇ 4 ਵਜੇ ਤੱਕ ਜਿਹੜਾ ਹੈ ਸਾਫ਼ ਤੌਰ ਤੇ ਰੋਸ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਲੇਕਿਨ ਪੁਲਿਸ ਦੇ ਵੱਲੋਂ ਬੜੀ ਹੀ ਸੁਰੱਖਿਆ ਦੇ ਤਰੀਕੇ ਦੇ ਨਾਲ ਜਿਹੜਾ ਹੈ ਬੀਜੇਪੀ ਵਰਕਰਾਂ ਨੂੰ ਉੱਥੋਂ ਕੱਢਿਆ ਗਿਆ। ਅਵਿਨਾਸ਼ ਜੀ, ਜਿਸ ਤਰੀਕੇ ਦੀਆਂ ਤਸਵੀਰਾਂ ਅਸੀਂ ਵੇਖ ਰਹੇ ਹਾਂ ਉਹਦੇ ਵਿੱਚ ਵੇਖਿਆ ਜਾ ਰਿਹਾ ਕਿ ਪੁਲਿਸ ਕਰਮੀਆਂ ਦੇ ਉੱਪਰ ਵੀ ਪਥਰਾਵ ਹੋਇਆਗਾ ਤੇ ਕੁਝ ਬੀਜੇਪੀ ਨੇਤਾਵਾਂ ਦੇ ਉੱਪਰ ਵੀ ਸੁਣਨ ਦੇ ਵਿੱਚ ਆ ਰਿਹਾ ਵੀ ਕਿਸਾਨਾਂ ਦੁਆਰਾ ਪੱਥਰ ਸਿੱਟੇ ਗਏ ਨੇ। ਇਹ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਜਾਂ ਇਹ ਹਾਲਾਤ ਕਿਸ ਤਰੀਕੇ ਦੇ ਬਣੇ ਕਿ ਉੱਥੇ ਪੱਥਰ ਚੱਲੇ? ਦੇਖੋ ਕਿਤੇ ਨਾ ਕਿਤੇ ਭਾਰੀ ਪੁਲਿਸ ਬਲ ਦਾ ਬੰਦੋਬਸਤ ਕੀਤਾ ਗਿਆ ਸੀਗਾ, ਕਿਉਂਕਿ ਉਸ ਘਰ ਦੇ ਵਿੱਚੋਂ ਜਿਹੜਾ ਬੀਜੇਪੀ ਵਰਕਰਾਂ ਨੂੰ ਕੱਢਣਾ ਸੀ ਸੁਰੱਖਿਅਤ ਤਰੀਕੇ ਦੇ ਨਾਲ, ਕਿਉਂਕਿ ਘਰ ਦੇ ਬਾਹਰ 500 ਦੇ ਕਰੀਬ ਜਿਹੜੇ ਕਿਸਾਨ ਬੈਠੇ ਸੀਗੇ ਤਾਂ ਕਿਤੇ ਨਾ ਕਿਤੇ ਪੁਲਿਸ ਦੇ ਵੱਲੋਂ ਉਹਨਾਂ ਨੂੰ ਕੱਢਿਆ ਗਿਆ। ਜਿਹੜਾ ਪਥਰਾਵ ਹੋਇਆ ਤੇ ਸਾਫ਼ ਤੌਰ ਤੇ ਜਿਹੜਾ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਨਹੀਂ ਕੀਤਾ, ਇਹ ਬੀਜੇਪੀ ਵਰਕਰਾਂ ਦੀ ਸ਼ਰਾਰਤ ਸੀ। ਲੇਕਿਨ ਕਿਤੇ ਨਾ ਕਿਤੇ ਇਸ ਪਥਰਾਵ ਦੇ ਵਿੱਚ ਜਿਹੜਾ ਹੈ ਬੀਜੇਪੀ ਵਰਕਰਾਂ ਦੇ ਵੀ ਪੱਥਰ ਵੱਜੇ ਤੇ ਪੁਲਿਸ ਕਰਮੀਆਂ ਦੇ ਵੀ ਜਿਹੜੇ ਹੈ ਪੱਥਰ ਵੱਜੇ, ਜਿਹਨੂੰ ਕਿ ਪੁਲਿਸ ਕਰਮੀਆਂ ਨੂੰ ਸਟ੍ਰੈਚਰ ਦੇ ਉੱਪਰ ਉੱਥੋਂ ਲੈ ਜਾਂਦੇ ਸਾਫ਼ ਤੌਰ ਤੇ ਤਸਵੀਰਾਂ 'ਚ ਦਿਖਾਈ ਦੇ ਰਿਹਾ ਸੀਗਾ। ਤਾਂ ਕਿਤੇ ਨਾ ਕਿਤੇ ਕਿਸਾਨ ਜਿਹੜਾ ਹੈ ਆਪਣਾ ਪੱਲਾ ਝਾੜਦੇ ਨਜ਼ਰ ਆ ਰਹੇ ਵੀ ਸਾਡੇ ਵੱਲੋਂ ਪਥਰਾਵ ਨਹੀਂ ਕੀਤਾ ਗਿਆ। ਇਸ ਪੂਰੇ ਮਾਮਲੇ ਦੀ ਜਿਹੜੀ ਜਾਂਚ ਹੈ ਉਹ ਪਟਿਆਲਾ ਪੁਲਿਸ ਕਰ ਰਹੀ ਹੈ, ਕਿਉਂਕਿ ਪੁਲਿਸ ਦੇ ਆਲਾ ਅਧਿਕਾਰੀ ਜਿਹੜਾ ਹੈ ਰਾਤ ਨੂੰ 4 ਵਜੇ ਉੱਥੇ ਮੌਜੂਦ ਸੀਗੇ ਤੇ ਇਸ ਪੂਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੇ ਪਥਰਾਵ ਕਿਹਦੇ ਵੱਲੋਂ ਕੀਤਾ ਗਿਆ। ਅਵਿਨਾਸ਼ ਜੀ, ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਪੁਲਿਸ ਅਧਿਕਾਰੀ ਉੱਥੇ ਮੌਜੂਦ ਸੀ ਸਾਰੇ ਘਟਨਾਕ੍ਰਮ ਦੇ ਉੱਪਰ, ਪਰ ਕੋਰਟ ਦੇ ਵਿੱਚ ਜਾਣ ਦੀ ਕੀ ਜ਼ਰੂਰਤ ਪਈ? ਕੀ ਪ੍ਰਸ਼ਾਸਨ ਇੱਥੇ ਫੇਲ ਹੋ ਚੁੱਕਿਆ ਸੀਗਾ? ਦੇਖੋ ਕਿਤੇ ਨਾ ਕਿਤੇ ਸਾਫ਼ ਤੌਰ ਤੇ ਕੱਲ ਦੁਪਹਿਰ ਦਾ ਇਹ ਮਸਲਾ ਭਖਿਆ ਸੀ। ਬੀਜੇਪੀ ਵਰਕਰ ਬਾਰ-ਬਾਰ ਪੁਲਿਸ ਨੂੰ
ਘੇਰਦੇ ਨਜ਼ਰ ਆ ਰਹੇ ਸੀ। ਪੁਲਿਸ ਦੇ ਵੱਲੋਂ ਸਾਨੂੰ ਸੁਰੱਖਿਅਤ ਤਰੀਕੇ ਨਾਲ ਨਹੀਂ ਕੱਟਿਆ ਜਾ ਰਿਹਾ, ਜਾਣਬੁੱਝ ਕੇ ਜਿਹੜਾ ਕਿਸਾਨ ਜਥੇਬੰਦੀਆਂ ਸਾਡੇ ਦੇ ਉੱਪਰ ਹੈਵੀ ਹੋ ਗਿਆ ਤੇ ਸਾਡੇ ਨਾਲ ਹੱਥੋਂ ਪਾਈ ਦੇ ਮਾਰ ਕੁੱਟ ਕਰਨ ਦੇ ਵੀ ਜਿਹੜੇ ਸਾਫ਼ ਤੌਰ ਤੇ ਤਸਵੀਰਾਂ ਦਿਖ ਰਹੀਆਂ ਸੀ ਕਿ ਕਿਵੇਂ ਧੱਕੇ ਮਾਰੇ ਜਾ ਰਹੇ ਸੀ, ਬੀਜੇਪੀ ਵਰਕਰਾਂ ਨੂੰ ਘੇਰਿਆ ਜਾ ਰਿਹਾ ਸੀਗਾ। ਲੇਕਿਨ ਕਿਤੇ ਨਾ ਕਿਤੇ ਸਵਾਲੇ ਜਿਹਨ ਪੁਲਿਸ ਤੇ ਵੀ ਖੜਾ ਹੋ ਜਾਂਦਾ ਹੈ। ਜਦ ਧਰਨੇ ਮੁਜ਼ਾਹਰੇ ਚੱਲਦੇ ਆ ਤਾਂ ਪੁਲਿਸ ਚਾਵੇ ਤਾਂ 1 ਘੰਟੇ 'ਚ ਹਟਾ ਦਿੰਦੀ ਹੈ। ਸਾਫ਼ ਤੌਰ ਤੇ ਬੀਜੇਪੀ ਵਰਕਰਾਂ ਦਾ ਕਹਿਣਾ ਸੀ ਕਿ 1 ਘੰਟੇ 'ਚ ਇਹ ਜਗ੍ਹਾ ਖਾਲੀ ਕਰਾ ਦਿੰਦੇ। ਕਿਉਂ ਇੰਨੀ ਦੇਰੀ ਕੀਤੀ ਗਈ? ਕਿਉਂਕਿ ਪੁਲਿਸ ਦੀ ਮਿਲੀ ਭਗਤ ਸੀ ਕਿਸਾਨਾਂ ਦੇ ਨਾਲ। ਤਾਂ ਸਾਫ਼ ਤੌਰ ਤੇ ਜਿਹੜੇ ਬੀਜੇਪੀ ਵਰਕਰ ਸੀਗੇ ਉਹ ਪੁਲਿਸ ਦੇ ਉੱਪਰ ਵੀ ਜਿਹੜਾ ਨਿਸ਼ਾਨਾ ਸਾਧਦੇ ਨਜ਼ਰ ਆ ਰਹੇ ਸੀ। ਲੇਕਿਨ ਸਾਫ਼ ਤੌਰ ਤੇ ਜਿਹੜੀ ਰਾਤ ਦੀ ਤਸਵੀਰਾਂ ਸੀਗੀਆਂ ਸਵੇਰ ਦੇ 4 ਵਜੇ ਤੱਕ ਅਸੀਂ ਦੇਖੀਆਂ, ਪੁਲਿਸ ਬੜੇ ਸੁਰੱਖਿਅਤ ਤਰੀਕੇ ਦੇ ਨਾਲ ਬੀਜੇਪੀ ਵਰਕਰਾਂ ਨੂੰ ਉੱਥੋਂ ਕੱਢਦੀ ਹੈ। ਪਥਰਾਅ ਦੇ ਵਿੱਚ ਪੁਲਿਸ ਕਰਮੀ ਵੀ ਜਿਹੜੇ ਹੈ ਜ਼ਖਮੀ ਹੁੰਦੇ ਸਾਫ਼ ਤੌਰ ਤੇ ਦੇਖੇ ਜਾ ਰਹੇ ਸੀਗੇ। ਅਵਿਨਾਸ਼ ਜੀ, ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਉੱਥੇ ਇਹ ਸਾਰਾ ਘਟਨਾਕ੍ਰਮ ਵਾਪਰਿਆ, ਪਰ ਉਹਦੇ ਵਿੱਚ ਕਿਸਾਨਾਂ ਦੇ ਉੱਪਰ ਪੁਲਿਸ ਦੁਆਰਾ ਕੀ ਕਾਰਵਾਈ ਕੀਤੀ ਗਈ? ਜਿਸ ਤਰੀਕੇ ਨਾਲ ਕਿਸਾਨਾਂ ਉੱਪਰ ਦੱਸਿਆ ਜਾ ਰਿਹਾ ਕਿ ਕੁਝ ਲਾਠੀਚਾਰਜ ਵੀ ਕੀਤਾ ਗਿਆ, ਕੋਈ ਗ੍ਰਿਫਤਾਰੀਆਂ ਵੀ ਹੋਈਆਂ ਨੇ ਕਿਸਾਨਾਂ ਦੀਆਂ? ਦੇਖੋ, ਕਿਤੇ ਨਾ ਕਿਤੇ ਪੁਲਿਸ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਐਸਐਸਪੀ ਪਟਿਆਲਾ, ਡੀਆਈਜੀ, ਆਈਜੀ ਰੇਂਜ ਤੱਕ ਸਾਰੇ ਉੱਥੇ ਪੁਲਿਸ ਕਰਮੀ ਸੀ। ਲੇਕਿਨ ਉਹਨਾਂ ਦਾ ਕਹਿਣਾ ਸੀ ਜਾਂਚ ਕਰ ਰਹੇ, ਜਾਂਚ ਤੋਂ ਬਾਅਦ ਤੁਹਾਨੂੰ ਜਿਹੜਾ ਦੱਸਾਂਗੇ। ਲੇਕਿਨ ਪੁਲਿਸ ਨੇ ਚੁੱਪੀ ਸਾਧੀ ਹੋਈ ਸੀ, ਮੀਡੀਆ ਦੇ ਸਾਹਮਣੇ ਕੋਈ ਵੀ ਗੱਲ ਕਰਨ ਨੂੰ ਤਿਆਰ ਨਹੀਂ ਸੀ ਪੁਲਿਸ। ਦੂਜੇ ਪਾਸੇ ਕਿਸਾਨ ਜਥੇਬੰਦੀਆਂ ਨੇ ਕਹਿਣਾ ਸੀ ਕਿ ਅਸੀਂ ਇਹਨਾਂ ਨੂੰ ਪਹਿਲਾਂ ਹੀ ਕਹਿ ਚੁੱਕੇ ਹਾਂ ਕਿ ਪਿੰਡਾਂ ਦੇ ਵਿੱਚ ਬੀਜੇਪੀ ਵਰਕਰ ਜਾਂ ਕੋਈ ਵੀ ਲੀਡਰ ਆਏਗਾ ਅਸੀਂ ਇਹਦਾ ਵਿਰੋਧ ਕਰਾਂਗੇ। ਤਾਂ ਸਾਫ਼ ਤੌਰ ਤੇ ਜਿਹੜਾ ਹੈ ਉਹਨਾਂ ਨੇ ਇਹ ਵੀ ਕਿਹਾ ਹੈ ਵੀ ਸਾਡੀ ਜਿਹੜੀ ਮਹਿਲਾ ਕਰਮੀ ਸੀਗੀਆਂ, ਕਿਸਾਨਾਂ ਮਹਿਲਾ ਕਰਮੀ ਸੀ, ਉਹ ਮਹਿਲਾ ਕਿਸਾਨਾਂ ਨੂੰ ਇਹਨਾਂ ਨੇ ਜਿਹੜੀ ਗਾਲੀ ਗਲੋਚ ਕੀਤੀ ਹੈਗੀ, ਜਿਹਦੇ ਚੱਲਦੇ ਹੋਏ ਕਿਸਾਨ ਜਥੇਬੰਦੀਆਂ ਵੱਲੋਂ ਇਸ ਧਰਨਾ ਦਾ ਘਿਰਾਓ ਕੀਤਾ ਗਿਆ। ਤੇ ਮਾਫੀ ਜਦ ਤੱਕ ਭੁਪੇਸ਼ ਅਗਰਵਾਲ ਨਹੀਂ ਮੰਨਦੇ ਤਦ ਤੱਕ ਧਰਨਾ ਜਾਰੀ ਰਹੂਗਾ। ਲੇਕਿਨ ਪੁਲਿਸ ਦੀ ਜਿਹੜੀ ਭੂਮਿਕਾ ਸੀ ਉਹ ਰਾਤ ਦੇਖਣ ਵਾਲੀ ਸੀ। ਸਵੇਰੇ ਦੇ 4 ਵਜੇ ਤੱਕ ਬੜੀ ਸ਼ਾਂਤੀ ਦੇ ਨਾਲ ਉੱਥੋਂ ਕੱਢਣ ਦੀ ਜਿਹੜੀ ਹੈ ਪੁਲਿਸ ਦੇ ਵੱਲੋਂ ਮੁਹਿੰਮ ਚਲਾਈ ਗਈ ਹੈ, ਕਿਉਂਕਿ ਭਾਰੀ ਪੁਲਿਸ ਬਲ ਕਮਾਂਡੋ ਲਗਾਈ ਗਈ ਸੀ, ਭਾਰੀ ਪੁਲਿਸ ਬਲ ਵੀ ਤੈਨਾਤ ਕੀਤਾ ਗਿਆ ਸੀ ਤੇ ਸ਼ਾਂਤੀ ਦੇ ਨਾਲ ਬੜੇ ਸੁਰੱਖਿਅਤ ਤਰੀਕੇ ਨਾਲ ਕੱਢਦੀ ਨਜ਼ਰ ਆ ਰਹੀ ਸੀ ਪੁਲਿਸ ਬੀਜੇਪੀ ਵਰਕਰਾਂ ਨੂੰ। ਜੀ, ਇਸ ਤਮਾਮ ਜਾਣਕਾਰੀ ਦੇ ਲਈ ਬਹੁਤ ਬਹੁਤ ਧੰਨਵਾਦ ਕੰਬੋਜ ਜੀ। ਰਾਜਪੁਰਾ ਦੇ ਵਿੱਚ ਜੋ ਵਿਵਾਦ ਹੋਇਆ ਸੀ ਉਹਦੇ ਵਿੱਚ ਪੁਲਿਸ ਦੀ ਘਟਨਾ ਦਾ ਸਾਨੂੰ ਜ਼ਿਕਰ ਪਤਾ ਲੱਗ ਗਿਆ ਹੈ ਕਿ ਪੁਲਿਸ ਨੇ ਕਿਸ ਤਰੀਕੇ ਨਾਲ ਬੀਜੇਪੀ ਵਰਕਰਾਂ ਨੂੰ ਸੁਰੱਖਿਅਤ ਘਰ ਵਿੱਚੋਂ ਬਾਹਰ ਕੱਢਿਆ। ਬੀਤੇ ਦਿਨੀ ਕਿਸਾਨਾਂ ਦੁਆਰਾ ਬੀਜੇਪੀ ਆਗੂਆਂ ਦਾ ਰਾਜਪੁਰਾ ਦੇ ਵਿੱਚ ਵਿਰੋਧ ਕੀਤਾ ਗਿਆ ਸੀ। ਇਸ ਘਟਨਾ ਸਥਾਨ ਉੱਪਰ ਬਹੁਤ ਜ਼ਿਆਦਾ ਵਿਵਾਦ ਹੋ ਗਿਆ ਸੀ, ਜਿਸ ਵਿੱਚ ਭਾਰੀ ਪੁਲਿਸ ਫੋਰਸ ਤਾਇਨਾਤ ਕਰਨੀ ਪਈ ਹੈ ਤੇ ਇਸ ਦੇ ਨਾਲ ਹੀ ਕਿਸਾਨਾਂ ਅਤੇ ਬੀਜੇਪੀ ਦਾ ਆਪਸ ਵਿੱਚ ਟਕਰਾਅ ਤੋਂ ਬਾਅਦ ਜਿਸ ਤਰੀਕੇ ਨਾਲ ਪੁਲਿਸ ਨੇ ਬੀਜੇਪੀ ਦੇ ਵਰਕਰਾਂ ਨੂੰ ਸੁਰੱਖਿਆ ਦੇ ਨਾਲ ਬਾਹਰ ਕੱਢਿਆ ਗਿਆ, ਇਸ ਸਾਰੇ ਘਟਨਾਕ੍ਰਮ ਦੇ ਉੱਪਰ ਕਿਸਾਨ ਆਗੂਆਂ ਦੇ ਉੱਪਰ ਪੁਲਿਸ ਦੁਆਰਾ ਲਾਠੀਚਾਰਜ ਵੀ ਕੀਤਾ ਗਿਆ। ਇਸ ਸਾਰੇ ਘਟਨਾਕ੍ਰਮ ਬਾਰੇ ਕਿਸਾਨ ਨੇਤਾ ਗੁਰਧਿਆਨ ਸਿੰਘ ਨੇ ਕੀ ਕਿਹਾ, ਤੁਹਾਨੂੰ ਸੁਣਾਉਣੇ ਆ। ਦੇਖੋ ਜੀ, ਜਿਹੜਾ ਕਿਸਾਨਾਂ ਦਾ ਉਹ ਪੀਸਫੁਲ ਧਰਨਾ ਮੁਜ਼ਾਹਰਾ ਹੁੰਦਾ ਉਹ ਬੇਸ਼ੱਕ ਦਿੱਲੀ ਤੱਕ ਦੇਖਦਾ ਪਰ 7-8 ਮਹੀਨੇ ਹੋ ਗਏ। ਦੂਜੇ ਪਾਸੇ ਜਿਹੜਾ ਆਹ ਭੁਪੇਸ਼ ਅਗਰਵਾਲ ਆ ਮੋਦੀ ਦਾ ਨੇ ਸਾਡੀ ਬੀਬੀਆਂ ਭੈਣਾਂ ਦੀਆਂ ਗਾਲਾਂ ਕੱਢੀਆਂ। ਦੂਜੇ ਪਾਸੇ ਇਹਦੇ ਬੋਡੀਗਾਰਡ ਨੇ ਗੰਨ ਵੀ ਤਾਣੀਆਂ ਲੋਕਾਂ ਪਾ, ਸਾਡੀ ਬੀਬੀਆਂ ਭੈਣਾਂ ਪਾ ਤੇ ਕਿਸਾਨਾਂ ਪਾ। ਉਹਦੇ ਵਿਰੋਧ ਵਿੱਚ ਸਾਨੂੰ ਇੱਥੇ ਧਰਨਾ ਲਾਇਆ ਵੀ ਇਹੋ ਜਿਹੇ ਗੁੰਡੇ ਮੋਦੀ ਸਰਕਾਰ ਨੇ ਕਿਉਂ ਪਾਲੇ ਨੇ। ਉਹਦੇ ਬਾਅਦ ਪੰਜਾਬ ਸਰਕਾਰ ਵੀ ਇਹਦੇ ਹੱਕ 'ਚ ਆ ਗਈ। ਅੱਜ ਸਾਨੇ ਪੀਸਫੁਲ ਧਰਨਾ ਲਾ ਰਹੇ ਤੇ ਉਹਦੇ ਬਾਵਜੂਦ ਹੁਣ ਮੌਕੇ ਤੇ ਪਤਾ ਨਹੀਂ ਕਿੱਧਰ ਤੋਂ ਕਿੰਨੀ ਫੋਰਸ ਆਈ ਆ, ਇਹਨੂੰ ਕੱਢ ਕੇ ਸਾਡੇ ਤੋਂ ਲੈ ਗਏ। ਉੱਥੇ ਸਾਡੀ ਵੀ ਹੱਥੋਂ ਪਾਈ ਹੋਈ, ਸਾਡੇ ਕਿਸਾਨ ਬਹੁਤ ਕੁੱਟੇ ਗਏ। ਗਲਤ ਗੱਲ ਆ ਜੀ। ਦੇਖੋ, ਜੇ ਕਿਸਾਨ ਇਹੋ ਜਿਹੇ ਹੁੰਦੇ ਆ ਉਹ ਪੀਸਫੁਲ ਪਰ ਦਿੱਲੀ ਕਿਤੇ ਧਰਨਾ ਚੱਲ ਜਾਂਦਾ ਕੋਈ ਨਾ। ਉਹਨੇ ਆਪਣੇ ਆਪ ਭੁਪੇਸ਼ ਅਗਰਵਾਲ ਦਾ ਉਹਦੀ ਸ਼ੈਪ ਆ ਆਪਣੇ ਆਪ ਇੰਟ ਮਾਰ ਕੇ ਸਾਨੂੰ ਬਦਨਾਮ ਕਰ ਰਹੇ ਨੇ। ਉਹ ਇਹੋ ਜਿਹੀ ਕੋਈ ਦੇਖੋ ਜੀ, ਉਹ ਮੋਦੀ ਦੀ ਸ਼ੈ ਆ, ਦੂਜੇ ਪਾਸੇ ਪੰਜਾਬ ਸਰਕਾਰ ਦੀ ਸ਼ੈ ਆ। ਜਿਵੇਂ ਕਹਿੰਦੇ ਨੇ ਚੋਰੀ ਕੁੱਤਾਂ ਗੱਲ ਲੜੀ ਵੀ ਆ, ਪੰਜਾਬ ਸਰਕਾਰੀ ਮੋਦੀ ਗੱਲ ਰਲੀ ਵੀ ਆ। ਉਹਦੇ ਕਰਕੇ ਪੰਜਾਬ ਸਰਕਾਰ ਦੀ ਸ਼ੈ ਦੇ ਵਿੱਚ ਪੂਰੀ ਪੁਲਿਸ ਫੋਰਸ ਪਟਿਆਲੇ ਜ਼ਿਲ੍ਹੇ ਦੀ ਉਹਨੂੰ ਕੱਢ ਕੇ ਲੈ ਗਏ ਧੱਕੇ ਤੇ। ਕਿਸਾਨਾਂ ਨੂੰ ਕੁੱਟਮਾਰ ਕਰਕੇ ਕੀ ਜਾ। ਦੇਖੋ ਜੀ, ਡਟੇ ਪਿਆ ਅਸੀਂ ਆਉਣ ਵਾਲੇ ਟਾਈਮ ਦੇ ਵਿੱਚੋਂ ਕੋਈ ਰੋਡ ਜਾਮ ਕਰਾਂ, ਕੁਛ ਕਰੀਏ, ਪਰ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ। ਭੁਪੇਸ਼ ਅਗਰਵਾਲ ਨੇ ਜਿਹੜੀ ਇੰਨੀ ਮਾੜੀ ਸ਼ਬਦ ਆਪਣੀ ਸਾਡੀ ਬੀਬੀਆਂ ਭੈਣਾਂ ਵਾਸਤੇ ਬੋਲੀ ਆ, ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਉਸ ਟਾਈਮ ਦੇ ਹੁੰਦੇ। ਜੇ ਭੁਪੇਸ਼ ਅਗਰਵਾਲ ਨੂੰ ਘਰ ਨੂੰ ਅਸੀਂ 4 ਗਾਲਾਂ ਕੱਢ ਦਈਏ ਜਰ ਲੂਗਾ, ਜਾਂ ਰਾਣੇ ਨੂੰ ਕਹਿ ਦਈਏ 4 ਗਾਲਾਂ ਕੱਢਦੇ ਜਰ ਲੂਗੀ ਉਹ, ਜਾਂ ਕਿਸੇ ਐਸਐਸਪੀ ਆ ਜਾਂ ਕੋਈ ਡੀਜੀਪੀ ਆ ਉਹਦੇ ਘਰ ਨੂੰ ਗਾਲਾਂ ਕੱਢ ਦਈਏ ਜਰ ਲੂਗਾ ਉਹ ਵੀ ਉਹ ਕੀ ਕਰੂਗਾ ਜੇ ਗੋਲੀ ਮਾਰਨ ਤੱਕਣ ਜਾਵੇ। ਸਾਨੂੰ ਤਾਂ ਕੁਛ ਕਰਿਆ ਵੀ ਨਹੀਂ। ਦੇਖੋ, ਆਹ ਕਿਹੜਾ ਕੋਈ ਬੜੀ ਗੱਲ ਆ। ਸਾਨੂੰ ਫੇਰ ਆਰਡਰ ਨੇ ਦੁਬਾਰਾ ਸੰਯੁਕਤ ਮੋਰਚੇ ਵੱਲੋਂ 17 ਤਰੀਕ ਤੋਂ ਬਾਅਦ ਵੀ ਜਿਹੜੇ ਬੀਜੇਪੀ ਦੇ ਸਾਂਸਦ ਨੇ ਉਹਨਾਂ ਦਾ ਘਰਾਓ ਕਰੋ। ਆਹ ਕਿਹੜਾ ਵਿੱਚ ਨਹੀਂ ਆਊਗਾ, ਕਿੱਥੇ ਭੱਜ ਲਊਗਾ। ਸਾਡੇ ਲੋਕਾਂ ਦੇ ਵਿੱਚ ਰਹਿਣਾ, ਸਾਡਾ ਖਾਣਾ ਪੀਣਾ। ਊਂ ਤਾਂ ਕਿਸੇ ਦਾ ਕਿਸਾਨ ਆਨਾ ਦਾ ਅਸੀਂ ਕਿਸਾਨਾਂ ਦਾ ਖਾਂਦੇ ਹਾਂ, ਸਾਡਾ ਹੀ ਖਾਣਾ ਪੀਣਾ ਸਾਡਾ ਹੋਆ। ਕਦ ਤੱਕ। ਫਿਲਹਾਲ ਵੇਲਾ ਹੋ ਚੁੱਕਿਆ ਇੱਕ ਬ੍ਰੇਕ ਦਾ, ਤੇ ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਸਵਾਗਤ ਹੈ ਤੇ ਰੁੱਖ ਕਰਦੇ ਹਾਂ ਅਗਲੀ ਖਬਰ ਦਾ। ਲੁਧਿਆਣਾ 'ਚ ਬੱਚਿਆਂ ਨੇ ਵਾਤਾਵਰਨ 'ਚ ਆਕਸੀਜਨ ਦੀ ਕਮੀ ਨੂੰ ਦੂਰ ਕਰਨ ਜਾਂ ਆਕਸੀਜਨ ਦੀ ਮਾਤਰਾ ਨੂੰ ਵਧਾਉਣ ਲਈ ਕੰਧਾਂ ਤੇ ਪਲਾਸਟਿਕ ਦੀਆਂ ਬੋਤਲਾਂ ਟੰਗ ਕੇ ਉਹਨਾਂ ਵਿੱਚ ਬੂਟੇ ਅਤੇ ਹੋਰ ਬੇਲਾਂ ਲਗਾਈਆਂ ਜੋ ਵੱਡੀ ਮਾਤਰਾ ਵਿੱਚ ਆਕਸੀਜਨ ਪੈਦਾ ਕਰਦੀਆਂ ਹਨ।
ਇਸ ਮੌਕੇ ਬੱਚਿਆਂ ਨੇ ਕਿਹਾ ਕਿ ਗਾਰਡਨ ਦਾ ਫਾਇਦਾ ਇਹ ਹੈ ਕਿ ਇਹ ਗਾਰਡਨ ਘੱਟ ਜਾਂ ਤੰਗ ਥਾਂ ਤੇ ਵੀ ਬਣਾਇਆ ਜਾ ਸਕਦਾ ਹੈ, ਕਿਉਂਕਿ ਇਸ ਲਈ ਬਹੁਤੀ ਥਾਂ ਦੀ ਜ਼ਰੂਰਤ ਨਹੀਂ ਹੈ। ਇਸ ਦੇ ਨਾਲ ਹੀ ਉਹਨਾਂ ਹੋਰ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਲਾਸਟਿਕ ਦੀਆਂ ਵਾਧੂ ਬੋਤਲਾਂ ਦੀ ਇਸ ਤਰੀਕੇ ਨਾਲ ਵਰਤੋਂ ਕਰਨ ਤਾਂ ਜੋ ਵੱਧ ਤੋਂ ਵੱਧ ਪੌਦੇ ਲੱਗਣ ਅਤੇ ਵਾਤਾਵਰਨ ਵਿੱਚ ਆਕਸੀਜਨ ਦਾ ਵਾਧਾ ਹੋਵੇ। तो पहले भी हमारी टीम ने एक माइक्रो फॉरेस्ट प्लांट किया था, ये हमारी टीम ने सेकंड प्रोजेक्ट चूज़ किया है। तो दिस इज़ बेसिकली अ वर्टिकल गार्डन। ये बहुत ही ज़्यादा इफेक्टिव है नॉर्मल गार्डन से। जैसे हम देखते हैं जो नॉर्मल गार्डन है उन्हें बहुत सारी जगह चाहिए उगने के लिए, अगर जगह ना भी हो, बहुत ही क्राउडेड अर्बनाइज स्पेस है, तो सिर्फ एक वॉल पे भी एक पूरे गार्डन जितने प्लांट्स हम उगा सकते हैं। इसका फ़ायदा ये है, यहाँ पे नियरली 500 बॉटल्स हैं, अदरवाइज ये लैंडफिल्स में जाती है और इन्हें बिलियंस ऑफ ईयर्स लगते हैं डिकम्पोज होने में और इनके प्रोसेस स्टार्ट होने को भी। तो हम इन्हें रीयूज़ करके इनके अंदर ही हम प्लांट्स लगा रहे हैं, प्लास्टिक बॉटल्स के अंदर। इसका मकसद ये है ग्लोबल वार्मिंग कम हो और जो भी जिस वॉल पे लग जाते हैं वो वॉल परमानेंटली सेव हो जाती है, नहीं तो उस पर ह्यूमिडिटी, एयर, सन सबका इफेक्ट डायरेक्ट लगता है। अब जो कि ये गार्डन लग चुका है, इट विल एक्ट एज अ बफर, तो ये वॉल के भी प्रोटेक्शन के लिए लगेगा और वैसे भी जो कम्युनिटी और सोसाइटी है उसमें ग्रीनरी और फौना की तरह एक्ट करेगा। बच्चों को और लोगों को आप संदेश दें? हम यही संदेश देते हैं कि बाकी लोग भी इसे फॉलो करके ऐसे वर्टिकल गार्डन्स लगाएं। अगर कोई भी अनयूज स्पेसेस हैं आपके घर में, सोसाइटी में, तो आप वहाँ पे वर्टिकल गार्डन्स लगाइए और प्लास्टिक बॉटल्स का रीयूज़। ਨੇਤਾ PL ਪੁਨੀਆ ਨੇ ਉੱਤਰ ਪ੍ਰਦੇਸ਼ ਵਿੱਚ ਵੱਧ ਰਹੇ ਆਬਾਦੀ ਨੂੰ ਲੈ ਕੇ ਜੋ ਸਰਕਾਰ ਦੀ ਪਾਲਿਸੀ ਬਣਾਈ ਜਾ ਰਹੀ ਹੈ ਅਤੇ ਇਸ ਦੇ ਨਾਲ ਹੀ ਉੱਤਰਾਖੰਡ ਵਿੱਚ ਅਗਲੀ ਚੋਣ ਰਣਨੀਤੀ ਨੂੰ ਲੈ ਕੇ ਕੀ ਪ੍ਰਤੀਕਿਰਿਆ ਹੈ ਉਸ ਬਾਰੇ ਚਰਚਾ ਕੀਤੀ। ਇਸ ਦੇ ਨਾਲ ਹੀ ਉਹਨਾਂ ਹੋਰ ਕੀ ਕਿਹਾ ਤੁਹਾਨੂੰ ਸੁਣਾਉਣੇ ਆ। जी जो उत्तर प्रदेश में जनसंख्या नियंत्रण नीति लेके आ रहे हैं, ड्राफ्ट उसका रिलीज़ किया है, वो तो उसके समर्थन में बात करेंगे। उनका कहना है कि इससे बेरोज़गारी भी कम हो। बेरोज़गारी कैसे कम होगी? बेरोज़गारी बढ़ाने का काम कर रहे हैं। जब बच्चों के आधार पर 2 बच्चे से ज़्यादा होंगे तो उनको नौकरी नहीं मिलेगी, सरकारी नौकरी नहीं मिलेगी। उनको जो लोकल बॉडीज़ के चुनाव हैं, पंचायतों के चुनाव हैं, तो चुनाव लड़ने से वंचित उनको रखा जाएगा। तो ये तो सीधे सीधे कुठाराघात है। और मेरा सीधा कहना ये है कि ये इतना व्यापक विषय है, इसके ऊपर अगर नीति आए तो केंद्र सरकार के द्वारा नीति आनी चाहिए, और वो भी सभी स्टेक होल्डर्स, जिसमें सभी राजनीतिक दल हैं, पब्लिक रिप्रेजेंटेटिव्स हैं, NGOs हैं इस विषय पर, उन सब से राय मशवरा करके तब मसौदा तैयार होना चाहिए। देखिए, चुनाव आने वाले हैं पंजाब में भी, उत्तराखंड में भी, और केजरीवाल जी उत्तराखंड में भी जाके और पंजाब में भी जाके ये कहते हैं कि हम मुफ्त बिजली देंगे 300 यूनिट तक। तो ये अपना चुनाव का प्रचार का माध्यम है, जो एजेंडा है, तो मैनिफेस्टो लेके आएंगे तो उसमें और भी बातें होंगी। तो वो उन्होंने बात कही है, और हर राजनीतिक दल को अपनी बात कहने का हक है, लेकिन जनता इसको तय करेगी कि कौन काबिलियत रखता है सत्ता संभालने की और लोगों तक उनके हित की बात करने की, उनकी नीतियां बनाने की, उन पर काम करने की। तो वो तो जनता तय करेगी, और समय आएगा तो उसके हिसाब से तभी पता लगेगा। उत्तराखंड में चुनाव है, 6-7 महीने के बाद चुनाव है, और सभी राजनीतिक दल अपनी जोर आजमाइश वहाँ करेंगे। आम आदमी पार्टी भी कर रही है, करेगी, और वो अपने मुद्दे, उत्तराखंड है, उत्तराखंड दिल्ली नहीं है, और जो उत्तराखंड है वो दिल्ली नहीं बन सकता। तो केवल कंपेयर कर देना कि बिजली है वहाँ क्यों नहीं दे सकती, और जनता के हर सरकार, जो जनप्रतिनिधियों की सरकार है, जो जनता से चुनी हुई सरकार है, वो कोशिश करती है कि जनता को ज़्यादा से ज़्यादा सहूलियत दी जा सके, सुविधा दी जा सके, वो दी जानी चाहिए। लेकिन मैं समझता हूँ कि ये मात्र उनका राजनीतिक दौरा है। ਪੰਜਾਬ 'ਚ ਇਸ ਵਾਰ ਬਰਸਾਤ ਨਾ ਹੋਣ ਕਾਰਨ ਗਰਮੀ ਬਹੁਤ ਜ਼ਿਆਦਾ ਹੋ ਗਈ ਹੈ ਤੇ ਗਰਮੀ ਕਾਰਨ ਆਮ ਲੋਕ ਪਰੇਸ਼ਾਨ ਹੋਏ ਪਏ ਨੇ। ਲੁਧਿਆਣਾ ਵਿੱਚ ਲੋਕਾਂ ਨੇ ਗਰਮੀ ਤੋਂ ਆ ਰਹੀਆਂ ਪਰੇਸ਼ਾਨੀਆਂ ਬਾਰੇ ਦੱਸਿਆ ਤੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ
ਗਰਮੀ ਤੋਂ ਬਚਣ ਲਈ ਉਹ ਲੋਕ ਜੂਸ ਜਾਂ ਗੰਨੇ ਦੇ ਰਸ ਦਾ ਸਹਾਰਾ ਲੈ ਰਹੇ ਨੇ। घर में पानी आ नहीं रहा, तभी गन्ने का जूस बाहर आके पी रहे हैं, टाइम पास कर रहे हैं। पानी नहाने को हो नहीं रहा, पीने को है नहीं। बस यही गर्मी बहुत हुई पड़ी है भाई, बहुत ज़्यादा दुखी किए पड़े हैं गर्मी ने। पढ़ लिख कर आते हैं, रास्ते में आते हवा चलते हुए भी गर्मी गर्मी हो जाता है सारा। क्या करें, बस आते हैं जूस पीकर, एंजॉयमेंट चल रही है, उसके बिना तो पानी की ये सुविधा भी नहीं है यहाँ पे। क्या करेंगे, गर्मियों के चलते हुए बहुत दिक्कत आ रही है, पानी की तो बहुत ज़्यादा आ रही है हमें पानी की। यहाँ पर जूस पी लेते हैं कभी कभार, तो पूरे दिन में गर्मी का इतना मौसम हो रहा है कि बारिश बिल्कुल नहीं हो रही है। अब पता नहीं क्या होगा क्या नहीं होगा, ऐसी चलती रही गर्मी। ਪੰਜਾਬ ਦੇ ਵਿੱਚ ਇਸ ਵਾਰ ਮੀਂਹ ਦਾ ਮੌਸਮ ਹੋਣ ਦੇ ਦਿਨਾਂ ਦੇ ਵਿੱਚ ਵੀ ਬਰਸਾਤਾਂ ਦੀ ਕਮੀ ਪਾਈ ਗਈ ਹੈ, ਜਿਸ ਨੂੰ ਲੈ ਕੇ ਪੰਜਾਬ ਦੇ ਵਿੱਚ ਲੋਕ ਗਰਮੀ ਤੋਂ ਬੇਹੱਦ ਪਰੇਸ਼ਾਨ ਨੇ। ਲੁਧਿਆਣਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਦੇ ਵਿੱਚ ਗਰਮੀ ਨੇ ਲੋਕਾਂ ਦਾ ਇੱਕ ਪਲ ਲਈ ਤਰਾਹ ਕੱਢ ਦਿੱਤਾ ਤੇ ਲੋਕ ਜੂਸ ਅਤੇ ਗੰਨੇ ਦੇ ਰਸ ਦਾ ਸਹਾਰਾ ਲੈ ਰਹੇ ਨੇ ਇਸ ਗਰਮੀ ਤੋਂ ਬਚਣ ਲਈ। ਦੱਸ ਦਈਏ ਕਿ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਬਰਸਾਤਾਂ ਖੂਬ ਹੁੰਦੀਆਂ ਸਨ, ਪਰ ਇਸ ਵਾਰ ਬਰਸਾਤ ਨਾ ਹੋਣ ਕਾਰਨ ਪੰਜਾਬ ਦੇ ਵਿੱਚ ਝੋਨੇ ਦੀ ਫਸਲ ਤੇ ਵੀ ਇਸ ਦਾ ਅਸਰ ਪੈ ਰਿਹਾ ਹੈ ਅਤੇ ਆਮ ਲੋਕਾਂ ਦੀ ਜ਼ਿੰਦਗੀ ਦੇ ਉੱਪਰ ਵੀ ਇਸ ਦਾ ਬਹੁਤ ਜ਼ਿਆਦਾ ਅਸਰ ਪੈ ਰਿਹਾ ਹੈ। ਬਰਸਾਤਾਂ ਨਾ ਹੋਣ ਕਾਰਨ ਪੰਜਾਬ ਦੇ ਵਿੱਚ ਗਰਮੀ ਦਿਨ ਬ ਦਿਨ ਵੱਧਦੀ ਜਾ ਰਹੀ ਹੈ। ਫਿਲਹਾਲ ਮੇਰੇ ਨਾਲ ਬੁਲੇਟਿਨ ਵਿੱਚ ਇੰਨਾ ਹੀ, ਤੇ ਤੁਸੀਂ ਬਣੇ ਰਹੋ ANB ਨਿਊਜ਼ ਦੇ ਨਾਲ। ਧੰਨਵਾਦ।